इस गल ते कि एंटीसिपेटरी बेल ਦੇ ਲਾਇਕ ਨਹੀਂ ਹੈ ਸੁਮੇਧ ਸਿੰਘ ਸੈਣੀ। ਹੁਣ ਨੈਕਸਟ ਸਟੈਪ ਉਹਨਾਂ ਦੀ ਅਰੈਸਟ ਦਾ ਹੀ ਹੈ ਔਰ ਇਨਫੈਕਟ ਉਹਨਾਂ ਨੂੰ ਚਾਹੀਦਾ ਹੈ ਕਿ ਹੁਣ ਅੱਗੇ ਆ ਕੇ ਆਪਣੇ ਆਪ ਨੂੰ ਸਰੈਂਡਰ ਕਰਨ ਔਰ ਆ ਕੇ ਜੋ ਜਵਾਬਦੇਹੀ ਕਰਨੀ ਹੈ ਜੇ ਦੱਸਣਾ ਹੈ ਕਿ ਉਹਨਾਂ ਦੇ ਖਿਲਾਫ ਐਵੀਡੈਂਸ ਠੀਕ ਨਹੀਂ ਹੈ ਜੋ ਵੀ ਕਹਿਣਾ ਆ ਕੇ ਐਸਆਈਟੀ ਨੂੰ ਹੁਣ ਕਹਿਣ ਹੁਣ ਭੱਜਣ ਦੀ ਕੀ ਲੋੜ ਹੈ। ਭਗੌੜੇ ਰਹਿਣ ਦਾ ਜ਼ਿਆਦਾ ਮੌਕਾ ਨਹੀਂ ਰਹਿ ਗਿਆ ਸੁਮੇਧ ਸੈਣੀ ਕੋਲ। ਅਰੈਸਟ ਹੋਣਾ ਦੀ ਲਾਜ਼ਮੀ। आप पुराना पुलिस के अफसर रहे हैं उन्होंने सारा तरीके पता है तकनीक पता है वो भगौड़े हुए हैं और अपनी जेड सिक्योरिटी छड़ के भगौड़ा हुआ है। ਬਲਵੰਤ ਸਿੰਘ ਮਲਤਾਨੀ ਮਾਮਲੇ 'ਚ ਸਾਬਕਾ ਡੀਜੀਪੀ ਸਮੇਧ ਸਿੰਘ ਸੈਣੀ ਦੀ ਅਗਾਊਂ ਅਰਜ਼ੀ ਅਤੇ ਕੇਸ ਸੀਬੀਆਈ ਨੂੰ ਦਿੱਤੇ ਜਾਣ ਦੀ ਮੰਗ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ 'ਚ ਸੁਣਵਾਈ ਤੋਂ ਬਾਅਦ ਸਰਕਾਰੀ ਵਕੀਲ ਨੇ ਦੱਸਿਆ ਕਿ ਤੱਥਾਂ ਦੇ ਆਧਾਰ ਤੇ ਸੈਣੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਦੀ ਲੋੜ ਹੈ। ਸਰਕਾਰ ਨੇ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ ਤੇ ਸੈਣੀ ਬਾਰੇ ਕੁਝ ਹੋਰ ਗੰਭੀਰ ਮਾਮਲਿਆਂ ਤੋਂ ਅਦਾਲਤ ਨੂੰ ਜਾਣੂ ਕਰਵਾਇਆ। ਸਿੱਟ ਸੈਣੀ ਦੀ ਭਾਲ ਵਿੱਚ ਜੁਟੀ ਹੋਈ ਹੈ। ਪੁਲਿਸ ਕਿਸੇ ਵੀ ਵੇਲੇ ਸੈਣੀ ਨੂੰ ਗ੍ਰਿਫਤਾਰ ਕਰ ਸਕਦੀ ਹੈ। ਇਸ ਗੱਲ ਤੇ ਕਿ ਐਂਟੀਸਿਪੇਟਰੀ ਬੇਲ ਦੇ ਲਾਇਕ ਨਹੀਂ ਹੈ ਸੁਮੇਧ ਸਿੰਘ ਸੈਣੀ ਔਰ ਹੁਣ ਨੈਕਸਟ ਸਟੈਪ ਉਹਨਾਂ ਦੀ ਅਰੈਸਟ ਦਾ ਹੀ ਹੈ ਔਰ ਇਨਫੈਕਟ ਉਹਨਾਂ ਨੂੰ ਚਾਹੀਦਾ ਹੈ ਕਿ ਹੁਣ ਅੱਗੇ ਆ ਕੇ ਆਪਣੇ ਆਪ ਨੂੰ ਸਰੈਂਡਰ ਕਰਨ ਔਰ ਆ ਕੇ ਜੋ ਜਵਾਬਦੇਹੀ ਕਰਨੀ ਹੈ ਜੇ ਦੱਸਣਾ ਹੈ ਕਿ ਉਹਨਾਂ ਦੇ ਖਿਲਾਫ ਐਵੀਡੈਂਸ ਠੀਕ ਨਹੀਂ ਹੈ ਜੋ ਵੀ ਕਹਿਣਾ ਆ ਕੇ ਐਸਆਈਟੀ ਨੂੰ ਹੁਣ ਕਹਿਣ ਹੁਣ ਭੱਜਣ ਦੀ ਕੀ ਲੋੜ ਹੈ। ਹੁਣ ਮੌਕਾ ਆ ਗਿਆ ਉਹਨਾਂ ਦੇ ਆ ਕੇ ਸਰੈਂਡਰ ਕਰਕੇ ਔਰ ਅੱਗੇ ਕਾਰਵਾਈ ਕਰਾਂਗੇ। ਹਾਂ ਨੂਲਾ ਜੀ ਕਹੋ ਥੋੜਾ ਜਿਹਾ ਨਾ ਇਹ ਚ ਡਿਟੇਲ ਚ ਦੱਸੋ ਦੋ ਕੇਸ ਸੀਗੇ ਦੋਏ ਕੇਸਾਂ 'ਚ ਫਰਕ ਕੀ ਸੀ ਆਪਸ ਵਿੱਚ? ਦੇਖੋ ਜੀ ਪਹਿਲਾ ਕੇਸ ਜਿਹੜਾ ਪਾਇਆ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਐਫਆਈਆਰ ਜਿਹੜੀ ਹੈ ਉਹ ਗਲਤ ਦਰਜ ਹੋਈ ਹੈ ਪੋਲੀਟੀਕਲ ਦਰਜ ਹੋਈ ਹੈ ਉਹਨੂੰ ਖਾਰਜ ਕੀਤਾ ਜਾਣਾ ਚਾਹੀਦਾ ਐਫਆਈਆਰ ਨੂੰ ਔਰ ਜੇ ਐਫਆਈਆਰ ਕੋਰਟ ਖਾਰਜ ਨਹੀਂ ਕਰਦੀ ਕਿਸੇ ਕਾਰਨ ਤਾਂ ਕੇਸ ਨੂੰ ਟ੍ਰਾਂਸਫਰ ਕਰਤਾ ਜਾਏ ਇਨਵੈਸਟੀਗੇਸ਼ਨ ਵਾਸਤੇ ਸੀਬੀਆਈ ਕੋਲ ਜਾਂ ਹੋਰ ਕਿਸੇ ਏਜੰਸੀ ਕੋਲ। ਇੱਕ ਕੇਸ ਤਾਂ ਉਹ ਸੀਗਾ ਉਹ ਵੀ ਜੱਜ ਸਾਹਿਬ ਨੂੰ ਡਿਸਮਿਸ ਕਰਤਾ। ਦੂਸਰਾ ਮੁਕੱਦਮਾ ਉਹਨਾਂ ਨੇ ਪਾਇਆ ਸੀਗਾ ਕਿ ਐਂਟੀਸਿਪੇਟਰੀ ਬੇਲ ਮੇਰੀ ਹੋਣੀ ਚਾਹੀਦੀ ਹੈ 302 ਜਿਹੜੀ ਅਸੀਂ ਦਫਾ ਨਵੀਂ ਲਗਾਈ ਹੈ ਉਹਦੇ 'ਚ ਪਹਿਲਾਂ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ ਰਜਨੀਸ਼ ਗਰਗ ਨੇ ਡਿਸਮਿਸ ਕਰਤੀ ਸੀ ਉਹਨਾਂ ਦੀ ਜ਼ਮਾਨਤ ਔਰ ਮਨਜ਼ੂਰ ਨਹੀਂ ਕੀਤੀ ਉਹਨਾਂ ਦੀ ਅਰਜੀ ਔਰ ਹੁਣ ਉਹੀ ਹਾਈ ਕੋਰਟ ਨੇ ਫਿਰ ਉਸ 'ਤੇ ਮੋਹਰ ਲਾਤੀ ਔਰ ਇਹ ਕਹਿਤਾ ਕਿ ਨੀਚੇ ਵਾਲਾ ਫੈਸਲਾ ਜਿਹੜਾ ਹੈਗਾ ਡਿਸਮਿਸ ਕਰਨ ਦਾ ਉਹ ਠੀਕ ਹੈ ਫੈਸਲਾ ਔਰ ਇੱਥੇ ਵੀ ਉਹਨਾਂ ਨੇ ਉਹਨਾਂ ਦੀ ਜਿਹੜੀ ਐਂਟੀਸਿਪੇਟਰੀ ਬੇਲ ਦੀ ਦਰਖਾਸਤ ਹੈ ਉਹ ਖਾਰਜ ਕਰਤੀ ਹੈ ਜਿਹਦੇ ਨਾਲ ਹੁਣ ਭਗੌੜੇ ਰਹਿਣ ਦਾ ਜ਼ਿਆਦਾ ਮੌਕਾ ਨਹੀਂ ਰਹਿ ਗਿਆ ਸੁਮੇਧ ਸੈਣੀ ਕੋਲ ਔਰ ਹੁਣ ਅਰੈਸਟ ਹੋਣਾ ਦੀ ਲਾਜ਼ਮੀ ਹੈ। ਇਹ ਪੁਲਿਸ ਤੇ ਵੀ ਹੁਣ ਪ੍ਰੈਸ਼ਰ ਬਿਲਡ ਹੋਏਗਾ ਕਿ ਆਖਰਕਾਰ ਉਹਨਾਂ ਨੂੰ ਗ੍ਰਿਫਤਾਰ ਕਰੇ ਜੇ ਕਿਤੇ ਉਹ ਭੱਜੇ ਹੋਏ ਨੇ ਜਾਂ ਭਗੌੜੇ ਨੇ ਕਿ ਪ੍ਰੈਸ਼ਰ ਤਾਂ ਜੀ ਪਹਿਲਾਂ ਹੀ ਚੱਲ ਰਿਹਾ ਕੋਸ਼ਿਸ਼ ਕਰ ਰਹੀ ਹੈ ਐਸਆਈਟੀ ਆਲਰੇਡੀ ਅਰੈਸਟ ਕਰਨ ਦੀ ਪਰ ਉਹ ਕਿਉਂਕਿ ਆਪ ਪੁਰਾਣਾ ਪੁਲਿਸ ਦੇ ਅਫਸਰ ਰਹੇ ਹੈ ਉਹਨਾਂ ਨੂੰ ਸਾਰਾ ਤਰੀਕੇ ਪਤਾ ਹੈ ਤਕਨੀਕਾਂ ਪਤਾ ਹੈ ਉਹ ਭਗੌੜੇ ਹੋਏ ਔਰ ਆਪਣੀ ਜ਼ੈਡ ਸਿਕਿਉਰਿਟੀ ਛੱਡ ਕੇ ਭਗੌੜਾ ਹੋਇਆ ਹੈ। ਇਸ ਲਈ ਮੈਂ ਕਹਿ ਰਿਹਾ ਜੀ ਹੁਣ ਕਿਉਂਕਿ ਹਾਈ ਕੋਰਟ ਨੇ ਵੀ ਮੋਹਰ ਲਾਤੀ ਹੈ ਇਸ ਗੱਲ ਤੇ ਕਿ ਉਹਨਾਂ ਦੀ ਕਸਟੋਡੀ ਜਿਹੜੀ ਹੈਗੀ ਹੈ ਉਹ ਲੈਣੀ ਜ਼ਰੂਰੀ ਹੈ ਕੇਸ ਨੂੰ ਸੋਲਵ ਕਰਨ ਲਈ। ਇਸ ਲਈ ਉਹਨਾਂ ਨੂੰ ਹੁਣ ਚਾਹੀਦਾ ਕਿ ਐਡੀ ਉੱਚ ਨਿਆਇਲੇ ਦਾ ਫੈਸਲਾ ਮੰਨਦੇ ਹੋਏ ਉਹਨਾਂ ਕੇ ਆਪਣੇ ਆਪ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰਨ। ਇੱਕ ਨੂਲਾ ਜੀ ਲਾਸਟ ਤੇ ਦੱਸ ਦਿਓ ਸੁਪਰੀਮ ਕੋਰਟ ਦਾ ਰਾਹ ਹਜੇ ਖੁੱਲ੍ਹਾ ਉਹਨਾਂ ਦੇ ਕੋਲੇ ਜੇ ਉੱਥੇ ਜਾਂਦਾ ਤਾਂ ਫਿਰ ਤੁਹਾਡੇ ਕੋਲ ਉੱਥੇ ਵੀ ਇਹਦਾ ਵਿਰੋਧ ਕੀਤਾ ਜਾਏਗਾ ਜੀ ਬਿਲਕੁਲ ਪਰ ਇੱਦਾਂ ਹੈ ਕਿ ਸੁਪਰੀਮ ਕੋਰਟ ਦਾ ਕੋਈ ਜ਼ਿਆਦਾ ਰਸਤਾ ਉਹਨਾਂ ਕੋਲ ਹੈ ਨਹੀਂ ਅਵੇਲੇਬਿਲਿਟੀ ਆਮ ਤੌਰ ਤੇ ਜੋ ਆਨਰੇਬਲ ਹਾਈ ਕੋਰਟ ਫੈਸਲਾ ਕਰ ਦਿੰਦੀ ਹੈ ਉਹੀ ਲਾਗੂ ਰਹਿੰਦਾ। ਉਧਰ ਬਲਵੰਤ ਸਿੰਘ ਮਲਤਾਨੀ ਦਾ ਕੇਸ ਲੜ ਰਹੇ ਵਕੀਲ ਪ੍ਰਦੀਪ ਸਿੰਘ ਬਿਰਕ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਇਹ ਵੀ ਸੁਣਾਉਂਦੇ ਹਾਂ। ਪ੍ਰੋਨਾਂਸਮੈਂਟ ਸੀ ਆਰਗੂਮੈਂਟਸ ਇਹਦੇ ਕੱਲ ਹੋ ਗਏ। ਆਰਗੂਮੈਂਟ ਦੇ ਵਿੱਚ ਇਹ ਸੀ ਕਿ ਸੁਮੇਧ ਸਿੰਘ ਸੈਣੀ ਵੱਲੋਂ ਬੇਸਿਕਲੀ ਦੋ ਹੀ ਮੁੱਦੇ ਸੀ ਕਿ ਇੱਕ ਤਾਂ ਸੈਕੰਡ ਟਾਈਮ ਐਫਆਈਆਰ ਰਜਿਸਟਰ ਹੋਈ ਹੈ ਨਹੀਂ ਹੋਣੀ ਚਾਹੀਦੀ ਸੀ ਔਰ ਦੂਜਾ ਕਿ ਇੱਕ ਵੈਂਡੇਟਾ ਹੈ। ਸੋ ਇਹਦਾ ਰਿਪਲਾਈ ਬੜਾ ਸਿੰਪਲ ਜਿਹਾ ਸੀ ਇਹਦਾ ਦੋਵਾਂ ਦਾ ਤਾਂ ਕਿ ਜੇ ਵੈਂਡੇਟਾ ਹੁੰਦਾ ਤਾਂ ਸੁਮੇਧ ਸਿੰਘ ਸੈਣੀ ਤੇ ਪਹਿਲਾਂ ਹੀ ਪਰਚੇ ਦੇ ਦਿੰਦੇ ਸਰਕਾਰ ਬਣੇ ਬਹੁਤ ਟਾਈਮ ਹੋ ਚੁੱਕਿਆ ਉਹ ਤਾਂ ਇਹਦਾ ਨਿਰਾ ਝੂਠ ਹੈ। ਦੂਜੀ ਗੱਲ ਸੈਕੰਡ ਐਫਆਈਆਰ ਤਾਂ ਨਹੀਂ ਹੈ ਕਿ ਆਨਰੇਬਲ ਸੁਪਰੀਮ ਕੋਰਟ ਨੇ ਲਿਬਰਟੀ ਗ੍ਰਾਂਟ ਕੀਤੀ ਸੀ ਕਿ ਕੰਪਲੇਨੈਂਟ ਪਾਰਟੀ ਦੁਬਾਰਾ ਪ੍ਰੋਸੈਸ ਆਫ ਲਾਅ ਇਨੀਸ਼ੀਏਟ ਕਰ ਸਕਦੀ ਹੈ ਜੋ ਕੀਤਾ ਗਿਆ। ਉਸ ਤੋਂ ਇਲਾਵਾ ਜਿਹੜੇ ਵਾਅਦਾ ਮਾਫ ਗਵਾਹ ਬਣੇ ਆ ਕੇਸ ਦੇ ਵਿੱਚ ਜਾਂ ਹੋਰ ਵਿਟਨੈਸ ਅੱਗੇ ਆਏ ਹੈ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਐਕਚੁਅਲੀ ਬੇਨਕਾਬ ਕੀਤਾ ਹੈ ਕਿ ਕਿਸ ਤਰ੍ਹਾਂ ਸੁਮੇਧ ਸਿੰਘ ਸੈਣੀ ਨੇ ਝੂਠੇ ਪਰਚੇ ਦਿੱਤੇ ਫੈਮਿਲੀ ਦੇ ਉੱਤੇ ਮੁਲਤਾਨੀ ਦੇ ਉੱਤੇ ਔਰ ਕਿਸ ਤਰ੍ਹਾਂ ਮੁਲਤਾਨੀ ਨੂੰ ਟੌਰਚਰ ਕੀਤਾ ਔਰ ਉਹ ਵੀ ਬੜਾ ਹੈਵਾਨੀਅਤ ਭਰਿਆ ਟੌਰਚਰ ਔਰ ਫਿਰ ਉਹਨੂੰ ਇੱਕ ਕਲੀਨ ਰਿਕਾਰਡ ਨੂੰ ਇੱਕ ਟੈਰਰਿਸਟ ਮਤਲਬ ਕਲੀਨ ਰਿਕਾਰਡ ਵਾਲੇ ਬੰਦੇ ਨੂੰ ਇੱਕ ਟੈਰਰਿਸਟ ਕਰਾਰ ਦਿਵਾਇਆ। ਉਹ ਸਾਰਾ ਕੁਝ ਜੋ ਇਹਨੇ ਕੀਤਾ ਹੈ ਉਹ ਸਾਰਾ ਕੁਝ ਪਹਿਲੀ ਵਾਰੀ ਔਨ ਰਿਕਾਰਡ ਆਇਆ ਹੈ ਔਰ ਅਸੀਂ ਉਹੀ ਸ਼ੋਅ ਕੀਤਾ ਸੀ ਕਿ ਜੀ ਇਸ ਕੇਸ ਦੇ ਵਿੱਚ ਮੇਨ ਗੱਲ ਹੀ ਆ ਰਹੀ ਹੈ ਕਿ ਸੁਮੇਧ ਸਿੰਘ ਸੈਣੀ ਨੇ ਕਿਸੇ ਟੈਰਰਿਜ਼ਮ ਦੇ ਖਿਲਾਫ ਨਹੀਂ ਲੜਿਆ ਟੈਰਰਿਜ਼ਮ ਦੇ ਖਿਲਾਫ ਲੜਨ ਦੇ ਨਾਂ 'ਤੇ ਇਨੋਸੈਂਟ ਲੋਕਾਂ ਨੂੰ ਬੇਸਿਕਲੀ ਐਲੀਮੀਨੇਟ ਕੀਤਾ ਹੈ। ਸੋ ਉਹ ਚਿਹਰਾ ਇਹਦਾ ਬੇਨਕਾਬ ਹੋਇਆ ਇੱਥੇ। ਸੋ ਇੱਥੇ ਕੋਰਟ ਨੇ ਆਹੀ ਚੀਜ਼ ਕੀਤੀ ਹੈ ਕਿ ਇਹਦੀ ਐਂਟੀਸਿਪੇਟਰੀ ਬੇਲ ਰਿਜੈਕਟ ਕਰਕੇ ਇਹ ਕਿਹਾ ਕਿ ਮਤਲਬ ਓਬਵੀਅਸਲੀ ਟ੍ਰਾਇਲ ਕੋਰਟ ਦਾ ਇਨ ਅ ਵੇ ਜੋ ਫਾਈਨਲ ਆਰਡਰ ਸੀ ਉਹੀ ਅਪਹੋਲਡ ਕੀਤਾ ਹੈ। ਹੁਣ ਉਹ ਕੀ ਰੀਜ਼ਨਸ ਦਿੱਤੇ ਹੈ ਕੀ ਜੱਜ ਸਾਹਿਬ ਦੀਆਂ ਆਬਜ਼ਰਵੇਸ਼ਨਸ ਨੇ ਉਹ ਤਾਂ ਹੁਣ ਫਾਈਨਲ ਆਰਡਰ ਆਉਣ 'ਤੇ ਪਤਾ ਲੱਗੂਗਾ ਬਟ ਬੇਸਿਕ ਮਤਲਬ ਆਹੀ ਹੁੰਦਾ ਕਿ ਇਹਦੀ ਜਿਹੜੀ ਅਰੈਸਟ ਹੈ ਉਹ ਹੋਣੀ ਚਾਹੀਦੀ ਹੈ ਕਸਟੋਡੀਅਲ ਇੰਟਰੋਗੇਸ਼ਨ ਇਹਦੀ ਜ਼ਰੂਰੀ ਹੈ।
ਸਾਡਾ ਕਹਿਣਾ ਇਹ ਸੀ ਕਿ ਇਹਨੂੰ ਅਰੈਸਟ ਕਰਨਾ ਤਾਂ ਜ਼ਰੂਰੀ ਹੈ ਕਿ ਜਦੋਂ ਤੱਕ ਇਹਨੂੰ ਅਰੈਸਟ ਨਹੀਂ ਕਰੋਗੇ ਇਹ ਨਹੀਂ ਪਤਾ ਲੱਗੂਗਾ ਕਿ ਇਹਨੇ ਬੋਡੀ ਕਿਵੇਂ ਡਿਸਪੋਜ਼ ਆਫ ਕੀਤੀ, ਟੌਰਚਰ ਕਰਨ ਤੋਂ ਬਾਅਦ ਕੱਪੜੇ ਕਿੱਥੇ ਡਿਸਪੋਜ਼ ਆਫ ਕਰਵਾਏ, ਕਿਹੜੇ ਪੁਲਿਸ ਟੀਮਸ ਭੇਜੀਆਂ, ਕਿੱਥੇ ਭੇਜੀਆਂ ਬੋਡੀ ਡਿਸਪੋਜ਼ ਆਫ ਕਰਨ ਲਈ, ਕਿਹੜੇ ਪੁਲਿਸ ਵਾਲਿਆਂ ਦੀ ਇਨਵੋਲਵਮੈਂਟ ਸੀ, ਫਿਰ ਜਿਹੜਾ ਵੈਪਨ ਪਲਾਂਟ ਕੀਤਾ ਮੁਲਤਾਨੀ ਤੇ ਉਹ ਵੈਪਨ ਇਹਦੇ ਕੋਲ ਕਿੱਥੋਂ ਆਇਆ, ਫਿਰ ਕਾਦੀਆਂ ਦੇ ਵਿੱਚ ਜਿਹੜੀ ਪੁਲਿਸ ਟੀਮ ਜਿਹੜੀ ਗਈ ਸੀ ਉਹਨਾਂ ਦੇ ਰੋਲ ਦੇ ਰਿਗਾਰਡਿੰਗ ਜਿਹੜੀਆਂ ਡਿਟੇਲਸ ਚਾਹੀਦੀਆਂ, ਹਰ ਚੀਜ਼ ਦੀ ਡਿਟੇਲ ਸੁਮੇਧ ਸਿੰਘ ਸੈਣੀ ਜਦੋਂ ਕਸਟਡੀ 'ਚ ਆਊਗਾ ਕਿਉਂਕਿ ਇਹਦੇ ਆਰਡਰਸ 'ਤੇ ਸਾਰਾ ਕੁਝ ਹੋਇਆ, ਉਹ ਡਿਟੇਲਸ ਉਦੋਂ ਹੀ ਬਾਹਰ ਆਉਣਗੀਆਂ। ਸੋ ਉਹ ਕਸਟੋਡੀਅਲ ਇੰਟਰੋਗੇਸ਼ਨ ਇਹਦੀ ਉਸ ਕਰਕੇ ਬਹੁਤ ਜ਼ਰੂਰੀ ਹੈ। ਉਸ ਪੁਆਇੰਟ ਦੇ ਉੱਤੇ ਸਾਡਾ ਮੇਨ ਥਰਸਟ ਸੀ ਆਰਗੂਮੈਂਟਸ ਦਾ। ਉਹਦੇ ਵਿੱਚ ਉਸ ਵੇਲੇ 302 ਨਹੀਂ ਲੱਗੀ ਸੀ, ਸੋ ਜੇ ਬਾਅਦ 'ਚ ਲੱਗੀ ਹੈ ਐਡ ਕਰਨੀ ਉਹਨਾਂ ਦੀ ਬਣਦੀ ਸੀ। ਉਸ ਤੋਂ ਇਲਾਵਾ ਜਦੋਂ ਇੰਨੀ ਐਵੀਡੈਂਸ ਅੱਗੇ ਆ ਗਈ ਔਰ ਕੋਰਟ ਦਾ ਜੇ ਇੱਕ ਪਾਸੇ ਇਹ ਓਪੀਨੀਅਨ ਹੈ ਕਿ ਹਾਂ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਹੋਣੀ ਜ਼ਰੂਰੀ ਹੈ, ਤੇ ਕੋਰਟ ਇਹ ਕਿਸ ਤਰ੍ਹਾਂ ਕਹਿ ਸਕਦੀ ਹੈ ਕਿ ਜਿਹਦੀ ਕਸਟੋਡੀਅਲ ਇੰਟਰੋਗੇਸ਼ਨ ਜ਼ਰੂਰੀ ਹੈ ਉਹਦੇ ਖਿਲਾਫ ਪਰਚਾ ਖਾਰਿਜ ਕਰ ਦਿਓ। ਪੰਜਾਬ ਪੁਲਿਸ ਕੋਲ ਕਿਹੜੀ ਇਨਫੋਰਮੇਸ਼ਨ ਇਹ ਨਹੀਂ ਲੈ ਸਕਦੇ, ਹੁਣ ਮੈਨੂੰ ਨਹੀਂ ਪਤਾ ਕਿਉਂ ਨਹੀਂ ਕਰ ਰਹੇ ਜਾਂ ਕੀ ਇਹਨਾਂ ਨੂੰ ਨਹੀਂ ਪਤਾ ਲੱਗ ਪਾ ਰਿਹਾ, ਬਟ ਅਰੈਸਟ ਕਰਨਾ ਬਣਦਾ ਵੀ ਹੈ। ਹਾਈ ਕੋਰਟ ਦੇ ਰਸਤੇ ਵੀ ਬੰਦ ਹੋ ਚੁੱਕੇ ਆ, ਇਸ ਤੋਂ ਪਹਿਲਾਂ ਸੈਣੀ ਸੁਪਰੀਮ ਕੋਰਟ ਜਾਵੇ, ਮੇਰਾ ਖਿਆਲ ਹੈ ਉਹਨੂੰ ਹੁਣ ਅਰੈਸਟ ਕਰ ਲੈਣਾ ਚਾਹੀਦਾ ਹੈ। ਦੱਸ ਦਈਏ ਕਿ ਸਾਬਕਾ ਡੀਜੀਪੀ ਸਮੇਤ ਸਿੰਘ ਸੈਣੀ ਨੇ ਅਗਾਊਂ ਅਰਜ਼ੀ ਲਈ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚਿਆ ਸੀ। ਸੈਣੀ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਮੋਹਾਲੀ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਬੀਤੇ ਦਿਨੀ ਜ਼ਿਲ੍ਹਾ ਅਦਾਲਤ ਨੇ ਸਾਬਕਾ ਡੀਜੀਪੀ ਨੂੰ ਝਟਕਾ ਦਿੱਤਾ ਅਤੇ ਉਹਨਾਂ ਦੀ ਅਗਾਊਂ ਅਰਜ਼ੀ ਖਾਰਜ ਕਰ ਦਿੱਤੀ ਸੀ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਅਤੇ ਬਿੰਦੂ ਦੀ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।